किताब विपरण की रीत तो सच दा मार्ग भाग तीजा। लेखक सरदार गुरबख्श सिंह काला अफगाना। पंजवें कांड का 10वां भाग हठ कर्म। वाहिगुरू जी का खालसा वाहिगुरू जी की फतेह। जोग साधने किसी भी शक्ल की तपस्या करनी, वर्त रखने आदि सारे हठ कर्म हैं। किसी बाणी का खास विधि अनुसार ਅਤੇ ਖਾਸ ਸਮੇਂ ਦੀ ਬੰਦਸ਼ ਵਿੱਚ ਮੰਤਰ ਪਾਠ ਕਰਨਾ, ਖਾਸ ਗਿਣਤੀ ਵਿੱਚ ਉਚੇਚੇ ਢੰਗ ਨਾਲ ਕਿਸੇ ਸ਼ਬਦ ਦਾ ਜਾਪ ਕਰਨਾ ਵੀ ਹਠ ਕਰਮ ਹੀ ਹੈ। ਸਿੱਖ ਅਤੇ ਗੁਰੂ ਦਾ ਰਿਸ਼ਤਾ ਗਿਆਨ ਦਾ ਹੁੰਦਾ ਹੈ। ਜੇ ਗੁਰੂ ਕੋਲੋਂ ਕੋਈ ਗਿਆਨ ਪ੍ਰਾਪਤੀ ਨਹੀਂ ਕੀਤਾ ਜਾ ਰਿਹਾ ਤਾਂ ਉਸ ਨਾਲ ਗੁਰੂ ਸਿੱਖ ਦਾ ਕੋਈ ਰਿਸ਼ਤਾ ਨਹੀਂ ਰਹਿ ਜਾਂਦਾ। ਸੰਸਾਰ ਭਰ ਦੇ ਵਿਦਵਾਨ ਇਸ ਗੱਲ ਨਾਲ ਸਹਿਮਤ ਹਨ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅੰਮ੍ਰਿਤਮਈ ਭੰਡਾਰਿਆਂ ਨਾਲ ਭਰਪੂਰ ਹੈ। ਕਿੱਡੇ ਭਾਗਾਂ ਵਾਲੇ ਹਾਂ ਅਸੀਂ ਕਿ ਅਸੀਂ ਉਸੇ ਅਨੂਪਮ ਗੁਰੂ ਦੇ ਸਿੱਖ ਅਖਵਾਉਂਦੇ ਹਾਂ। ਪਰ ਗੁਰੂ ਬਾਣੀ ਨਾਲ ਗੁਰੂ ਅਤੇ ਸਿੱਖ ਵਾਲਾ ਅਮੋਲਕ ਰਿਸ਼ਤਾ ਤਦ ਹੀ ਹੈ ਜੇ ਸਿੱਖ ਇਸ ਅਨੂਪਮ ਗੁਰੂ ਤੋਂ ਗਿਆਨ ਪ੍ਰਾਪਤ ਕਰਕੇ ਉਸ ਅਨੁਸਾਰ ਆਪਣਾ ਜੀਵਨ ਸੰਵਾਰਦਾ ਹੈ। ਗੁਰੂ ਫਰਮਾਨ ਹੈ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਪੰਨਾ 982। ਸਦੀਵੀ ਜ਼ਿੰਦਗੀ ਦੇਣ ਵਾਲੇ ਨਾਮ ਅੰਮ੍ਰਿਤ ਨਾਲ ਭਰਪੂਰ ਬਾਣੀ ਦੀ ਜੇ ਕੋਈ ਗੱਲ ਮੰਨਣੀ ਹੀ ਨਹੀਂ ਤਾਂ ਪਾਰ ਉਤਾਰਾ ਕਿਵੇਂ ਹੋ ਸਕਣਾ ਹੈ। ਬੜੇ ਦੁੱਖ ਵਾਲੀ ਹਾਲਤ ਬਣ ਚੁੱਕੀ ਹੈ ਕਿ ਸਾਡੇ ਸਾਧਾਂ ਸੰਤਾਂ ਨੇ ਸਾਡੇ ਮਨਾਂ ਵਿੱਚ ਇਹ ਭਰਮ ਬਣਾ ਦਿੱਤਾ ਹੋਇਆ ਹੈ ਕਿ ਗੁਰਬਾਣੀ ਨੂੰ ਸਮਝਣ ਦੀ ਲੋੜ ਨਹੀਂ, ਕੇਵਲ ਇਸ ਦੇ ਜਾਪ ਕਰੀ ਜਾਣ ਨਾਲ ਹੀ ਪਾਰ ਉਤਾਰਾ ਹੋ ਜਾਂਦਾ ਹੈ। ਜਿਵੇਂ ਬ੍ਰਾਹਮਣ ਆਪਣੇ ਚੇਲਿਆਂ ਨੂੰ ਅਗਿਆਨੀ ਰੱਖ ਕੇ ਆਪਣਾ ਉੱਲੂ ਸਿੱਧਾ ਕਰਦਾ ਆ ਰਿਹਾ ਹੈ, ਸਿੱਖ ਜਗਤ ਦੇ ਬਹੁਤ ਹੀ ਵਿਰਲੇ ਗੁਰਮੁਖਾਂ ਨੂੰ ਛੱਡ ਕੇ ਸਾਰੇ ਹੀ ਧਾਰਮਿਕ ਆਗੂ ਸਿੱਖ ਨੂੰ ਗੁਰੂ ਗਿਆਨ ਤੋਂ ਤੋੜੀ ਰੱਖਣ ਵਾਲੀ ਬ੍ਰਾਹਮਣੀ ਨੀਤੀ ਵਰਤ ਰਹੇ ਹਨ। ਜੋ ਗੁਰਬਾਣੀ ਤੋਂ ਸਿੱਖਿਆ ਲੈਣ ਦੀ ਲੋੜ ਵਾਲੇ ਬੇਅੰਤ ਗੁਰੂ ਸ਼ਬਦ ਕਈ ਥਾਈਂ ਲਿਖੇ ਅਤੇ ਵਿਚਾਰੇ ਗਏ ਹਨ। ਉਦਾਹਰਣ ਵਜੋਂ ਕੁਝ ਗੁਰੂ ਬਾਣੀ ਫਰਮਾਨ ਇਸ ਪ੍ਰਕਾਰ ਹਨ। ਸੰਤੋ ਸੁਨੋ ਸੁਨੋ ਜਨ ਭਾਈ, ਗੁਰ ਕਾਢੀ ਬਹਾਂ ਕੋ ਕੀਜੈ। ਜੇ ਆਤਮ ਕੋ ਸੁਖ ਸੁਖ ਨਿਤ ਲੋੜੋ, ਤਾਂ ਸਤਿਗੁਰ ਸ਼ਰਨ ਪਵੀਜੈ। ਪੰਨਾ 1326। ਗੁਰੂ ਬਾਹਾਂ ਖੜੀਆਂ ਕਰਕੇ ਕੂਕਾਂ ਮਾਰ ਰਿਹਾ ਹੈ ਕਿ ਹੇ ਸੰਤੋ, ਹੇ ਭਗਤੋ, ਹੇ ਭਰਾਵੋ, ਗੁਰੂ ਦੀ ਗੱਲ ਸੁਣੋ। ਜੇ ਆਪਣੀ ਜਿੰਦ ਲਈ ਸਦੀਵੀ ਸੁੱਖ ਚਾਹੁੰਦੇ ਹੋ ਤਾਂ ਆਪਾ ਭਾਵ ਮਿਟਾ ਕੇ ਗੁਰੂ ਦੀ ਮੱਤ ਦ੍ਰਿੜ ਕਰੋ। ਫਿਰ ਗੁਰੂ ਦੀ ਦੱਸੀ ਹੋਈ ਜੀਵਨ ਚਾਲ ਅਪਣਾਉਣ ਲਈ ਸਤਿਗੁਰੂ ਜੀ ਕਿੱਡੇ ਪਿਆਰੇ ਅਤੇ ਮਿੱਠੇ ਸ਼ਬਦਾਂ ਵਿੱਚ ਫਰਮਾਨ ਕਰ ਰਹੇ ਹਨ। ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਰਹਾਓ। ਪੰਨਾ 667। ਫਰੀਦਾ ਕੋ ਕਹਿੰਦਿਆਂ ਝਾਗਿੰਦਿਆਂ ਮੱਤੀ ਦੇਂਦਿਆਂ ਨਿਤ, ਜੋ ਸ਼ੈਤਾਨ ਵੰਝਾਇਆ ਸੇ ਕਿਤ ਫੇਰੇ ਚਿਤ। ਪੰਨਾ 1378। ਕੂਕਾਂ ਮਾਰ ਮਾਰ ਕੇ ਸਮਝਾਉਣ ਦਾ ਯਤਨ ਕੀਤਾ, ਪਰ ਜਿਨ੍ਹਾਂ ਦੀ ਮੱਤ ਤੇ ਬ੍ਰਾਹਮਣੀ ਮੱਤ ਵਾਲਿਆਂ ਸਾਧਾਂ ਸੰਤਾਂ ਅਤੇ ਅਖੌਤੀ ਮਹਾਂਪੁਰਖਾਂ ਨੇ ਪਰਦਾ ਪਾਇਆ ਹੋਇਆ ਹੈ, ਉਹ ਭਲਾ ਕਿੱਥੇ ਆਪਣੇ ਸਤਿਗੁਰੂ ਜੀ ਦੀ ਆਵਾਜ਼ ਦੀ ਪਰਵਾਹ ਕਰਦੇ ਹਨ। ਸਤਿਗੁਰੂ ਜੀ ਬਾਰ-ਬਾਰ ਕਹਿ ਰਹੇ ਹਨ ਕਿ ਗਾਵਿਆ ਸੁਣਿਆ ਤਦ ਹੀ ਪ੍ਰਵਾਨ ਹੈ ਜੇ ਸਤਿਗੁਰਾਂ ਦੀ ਹਰੇਕ ਆਗਿਆ ਸਤ ਸਤ ਕਰਕੇ ਮੰਨੋਗੇ। ਜੇ ਵਿੱਚ ਬ੍ਰਾਹਮਣੀ ਰੀਤ ਵੀ ਚਲਾਈ ਰੱਖਣੀ ਹੈ ਤਾਂ ਫਿਰ ਤੇਜ ਪ੍ਰਤਾਪ ਦੇ ਸੁਪਨੇ ਲੈਣੇ ਛੱਡ ਦਿਓ। ਸੇਵਕ ਸਿੱਖ ਪੂਜਣ ਸਭ ਆਵੇਂ, ਸਭ ਗਾਵੇਂ ਹਰ ਹਰ ਊਤਮ ਬਾਣੀ। ਗਾਵਿਆ ਸੁਣਿਆ ਤਿਨ ਕਾ ਹਰ ਥਾਂ ਪਾਵੇ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਪੰਨਾ 669। ਕਬੀਰ ਸਾਚਾ ਸਤਿਗੁਰ ਕਿਆ ਕਰੈ, ਜੋ ਸਿੱਖਾਂ ਮੈਂ ਚੂਕ। ਅੰਧੇ ਏਕ ਨਾ ਲਾਗਈ, ਜਿਉ ਬਾਂਸ ਬਜਾਈਏ ਫੂਕ। ਪੰਨਾ 1372। ਜਦ ਸਿੱਖਾਂ ਦਾ ਵਿਸ਼ਵਾਸ ਬਣਾ ਦਿੱਤਾ ਗਿਆ ਹੈ ਕਿ ਗੁਰਬਾਣੀ ਨੂੰ ਸਮਝਣ ਦੀ ਲੋੜ ਨਹੀਂ, ਇਸ ਦਾ ਜਾਪ ਹੀ ਸਾਰੇ ਕਾਰਜ ਸਿੱਧ ਕਰ ਦਿੰਦਾ ਹੈ। ਜਦ ਅਕਲੋਂ ਅੰਨ੍ਹਿਆਂ ਨੇ ਗੁਰੂ ਦੇ ਗਿਆਨ ਨੂੰ ਸਮਝਣ ਦੀ ਲੋੜ ਹੀ ਮੁਕਾ ਦਿੱਤੀ ਹੋਈ ਹੈ ਤਾਂ ਪੂਰਾ ਸਤਿਗੁਰੂ ਕੀ ਕਰ ਸਕਦਾ ਹੈ। ਗੁਰਬਾਣੀ ਦੇ ਮੰਤਰ ਪਾਠ, ਸ਼ਬਦਾਂ ਦੇ ਵਿਧੀ ਅਨੁਸਾਰ ਜਾਪ,
ਗਿਆਨ ਅਤੇ ਗੁਰਮਤਿ ਦਲੀਲ ਦੀ ਕਸਵੱਟੀ ਤੇ ਪੂਰਾ ਨਾ ਉਤਰਨ ਵਾਲੇ ਸਾਰੇ ਧਰਮ ਕਰਮ ਹੱਠ ਕਰਮ ਹੀ ਹਨ। ਅਜਿਹੇ ਹੱਠ ਕਰਮਾਂ ਬਾਰੇ ਸਤਿਗੁਰੂ ਦੇ ਫਰਮਾਨ ਇਸ ਪ੍ਰਕਾਰ ਹਨ। ਮਨ ਹੱਠ ਕਿਤੇ ਉਪਾਏ ਨਾ ਛੂਟੀਐ, ਸਿਮਰਤ ਸ਼ਾਸਤਰ ਸੋਧੋ ਜਾਏ, ਮਿਲ ਸੰਗਤ ਸਾਧੂ ਉਭਰੇ, ਗੁਰ ਕਾ ਸ਼ਬਦ ਕਮਾਏ। ਪੰਨਾ 65। ਅਰਥ, ਬੇਸ਼ੱਕ ਤੁਸੀਂ ਸ਼ਾਸਤਰਾਂ ਸਿਮਰਤੀਆਂ ਆਦਿਕ ਧਰਮ ਪੁਸਤਕਾਂ ਨੂੰ ਗੌਰ ਨਾਲ ਪੜ੍ਹ ਕੇ ਵੇਖ ਲਵੋ, ਆਪਣੇ ਮਨ ਦੇ ਹੱਠ ਨਾਲ ਕੀਤੇ ਹੋਏ ਕਿਸੇ ਵੀ ਤਰੀਕੇ ਨਾਲ ਹਉਮੈ ਦੇ ਜ਼ਹਿਰ ਤੋਂ ਬਚ ਨਹੀਂ ਸਕੀਦਾ। ਗੁਰੂ ਦੇ ਸ਼ਬਦ ਅਨੁਸਾਰ ਜੀਵਨ ਬਣਾ ਕੇ ਗੁਰੂ ਦੀ ਸੰਗਤ ਵਿੱਚ ਮਿਲ ਕੇ ਹੀ ਮਨੁੱਖ ਹਉਮੈ ਦੇ ਵਿਕਾਰ ਤੋਂ ਬਚਦੇ ਹਨ। ਹੁਕਮ ਨਾ ਜਾਣੇ ਬਪੁੜੇ, ਭੂਲੇ ਫਿਰੇ ਗਵਾਰ, ਮਨ ਹਠ ਕਰਮ ਕਮਾਉਂਦੇ, ਨਿਤ ਨਿਤ ਹੋਏ ਖੁਆਰ, ਅੰਤਰ ਸ਼ਾਂਤ ਨਾ ਆਵਈ, ਨਾ ਸੱਚ ਲੱਗੇ ਪਿਆਰ। ਪੰਨਾ 66। ਅਰਥ, ਕਈ ਐਸੇ ਵਿਚਾਰੇ ਮੂਰਖ ਹਨ ਜੋ ਪਰਮਾਤਮਾ ਦਾ ਹੁਕਮ ਨਹੀਂ ਬੁੱਝਦੇ। ਉਹ ਮਾਇਆ ਦੇ ਮੋਹ ਦੇ ਕਾਰਨ ਕੁਰਾਹੇ ਪੈ ਕੇ ਭਟਕਦੇ ਫਿਰਦੇ ਹਨ। ਉਹ ਗੁਰੂ ਦਾ ਆਸਰਾ ਛੱਡ ਕੇ ਆਪਣੇ ਮਨ ਦੇ ਹੱਠ ਨਾਲ ਕਈ ਕਿਸਮ ਦੇ ਮਿੱਥੇ ਹੋਏ ਧਾਰਮਿਕ ਕਰਮ ਕਰਦੇ ਹਨ, ਪਰ ਵਿਕਾਰਾਂ ਵਿੱਚ ਫਸੇ ਹੋਏ ਸਦਾ ਖੁਆਰ ਹੁੰਦੇ ਰਹਿੰਦੇ ਹਨ। ਉਹਨਾਂ ਦੇ ਮਨ ਵਿੱਚ ਸ਼ਾਂਤੀ ਨਹੀਂ ਆਉਂਦੀ, ਨਾ ਹੀ ਉਹਨਾਂ ਦਾ ਸਦਾ ਥਿਰ ਪ੍ਰਭੂ ਵਿੱਚ ਪਿਆਰ ਬਣਦਾ ਹੈ। ਮਨ ਪ੍ਰਤੀਤ ਨ ਆਈਆ, ਸਹਿਜ ਨਾ ਲੱਗੋ ਭਾਉ, ਸ਼ਬਦੇ ਸਾਧ ਨਾ ਪਾਇਓ, ਮਨ ਹਠ ਕਿਆ ਗੁਣ ਗਾਏ, ਨਾਨਕ ਆਇਆ ਸੋ ਪ੍ਰਵਾਨ ਹੈ, ਜੇ ਗੁਰਮੁਖ ਸੱਚ ਸਮਾਏ। ਪੰਨਾ 549। ਅਰਥ, ਜੇ ਮਨ ਵਿੱਚ ਪਰਮਾਤਮਾ ਦੀ ਰਜਾ ਵਿੱਚ ਰਹਿਣ ਦੀ ਪ੍ਰਤੀਤ ਨਾ ਬਣੀ ਤੇ ਅਡੋਲਤਾ ਵਿੱਚ ਪਿਆਰ ਨਾ ਲੱਗਾ, ਜੇ ਗੁਰੂ ਦੇ ਸ਼ਬਦ ਗਿਆਨ ਦਾ ਰਸ ਨਾ ਲੱਭਾ, ਤਾਂ ਮਨ ਦੇ ਹੱਠ ਨਾਲ ਸਿਫਤ ਸਲਾਹ ਕਰਨ ਦਾ ਕੀ ਲਾਭ। ਗੁਰਦੇਵ ਜੀ ਫਰਮਾਨ ਕਰਦੇ ਹਨ ਕਿ ਸੰਸਾਰ ਵਿੱਚ ਜੰਮਿਆ ਉਹ ਜੀਵ ਮੁਬਾਰਕ ਹੈ ਜੋ ਸਤਿਗੁਰ ਦੇ ਸਨਮੁਖ ਰਹਿ ਕੇ ਸੱਚ ਵਿੱਚ ਲੀਨ ਹੋ ਜਾਏ। ਕੇਵਲ ਕਿਸੇ ਬਾਣੀ ਜਾਂ ਕਿਸੇ ਸ਼ਬਦ ਦਾ ਜਾਪ ਕਰੀ ਜਾਣਾ ਨਿਸਫਲ ਹੈ। ਗੁਰੂ ਬਾਣੀ ਦੇ ਹੁਕਮਾਂ ਨੂੰ ਸਮਝ ਕੇ ਅਕਾਲ ਪੁਰਖ ਦੀਆਂ ਵਡਿਆਈਆਂ ਦੀ ਵਿਚਾਰ ਤੋਂ ਪ੍ਰਭੂ ਨਾਲ ਸੱਚਾ ਪਿਆਰ ਬਣ ਜਾਣਾ, ਮਨ ਕਰਕੇ ਪ੍ਰਭੂ ਦੇ ਹੁਕਮ ਵਿੱਚ ਜ਼ਿੰਦਗੀ ਗੁਜ਼ਾਰਨ ਦੀ ਸੂਝ ਆਉਣੀ ਹੀ ਪਾਰ ਉਤਾਰੇ ਦਾ ਸਾਧਨ ਹੈ। ਕੰਚਨ ਸਿਉ ਪਾਈਐ ਨਹੀਂ ਤੋਲ, ਮਨ ਦੇ ਆਰਾਮ ਲਿਆ ਹੈ ਮੋਲ। ਪੰਨਾ 327। ਮਨ ਹਠ ਕਰਮ ਕਰੇ ਅਭਿਮਾਨੀ, ਜਿਉ ਬਾਲਕ ਬਾਲੂ ਘਰ ਉਸਰਈਆ, ਆਵੇ ਲਹਿਰ ਸਮੁੰਦ ਸਾਗਰ ਕੀ, ਖਿਨ ਮੈਂ ਭਿੰਨ ਭਿੰਨ ਢਹਿ ਪਈਆ। ਪੰਨਾ 835। ਅਰਥ, ਜਿਹੜਾ ਮਨੁੱਖ ਆਪਣੇ ਮਨ ਦੇ ਹੱਠ ਨਾਲ ਮਿੱਥੇ ਹੋਏ ਧਾਰਮਿਕ ਕਰਮ ਕਰਦਾ ਹੈ, ਉਸ ਨੂੰ ਆਪਣੇ ਧਰਮੀ ਹੋਣ ਦਾ ਮਾਣ ਹੋ ਜਾਂਦਾ ਹੈ। ਉਸ ਦੇ ਇਹ ਉਦਮ ਫਿਰ ਇਉਂ ਹੀ ਹਨ ਜਿਵੇਂ ਬੱਚੇ ਰੇਤ ਦਾ ਘਰ ਉਸਾਰਦੇ ਹਨ। ਸਮੁੰਦਰ ਦੇ ਪਾਣੀ ਦੀ ਲਹਿਰ ਆਉਂਦੀ ਹੈ ਤੇ ਉਹ ਘਰ ਇੱਕ ਖਿਣ ਵਿੱਚ ਕਿਣਕਾ ਕਿਣਕਾ ਹੋ ਕੇ ਢਹਿ ਜਾਂਦੇ ਹਨ। ਮਨ ਹਠ ਕਰਮ ਕਰੇ ਸੋ ਛੀਜੈ, ਬਹੁਤੇ ਭੇਖ ਕਰੇ ਨਹੀਂ ਪੀਜੈ, ਵਿਖਿਆ ਰਾਤੈ ਦੁੱਖ ਕਮਾਵੇ, ਦੁੱਖੇ ਦੁੱਖ ਸਮਾਏਂਦਾ। ਪੰਨਾ 1059। ਗੁਰਬਾਣੀ ਵਿਚਾਰ ਤੋਂ ਸਿੱਧ ਹੋਇਆ ਹੈ ਕਿ ਅਦ੍ਰਿਸ਼ਟ ਪਰਮਾਤਮਾ ਤੱਕ ਪਹੁੰਚ ਕਿਸੇ ਦ੍ਰਿਸ਼ਟਮਾਨ ਕਰਮ ਦੀ ਸਹਾਇਤਾ ਨਾਲ ਨਹੀਂ ਹੋ ਸਕਦੀ। ਕਿਸੇ ਵੀ ਵਿਧੀ ਵਿਧਾਨ ਨਾਲ ਕੀਤੇ ਜਗ, ਦਾਨ ਪੁੰਨ, ਤੀਰਥ ਇਸ਼ਨਾਨ, ਮੂਰਤੀ ਪੂਜਾ, ਯੋਗ ਅਭਿਆਸ, ਪ੍ਰਣਾਮ, ਕਿਸੇ ਕਰਾਮਾਤੀ ਲਾਭ ਦੀ ਆਸ ਨਾਲ ਧਰਮ ਪੁਸਤਕਾਂ ਦਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮੰਤਰ ਪਾਠ, ਦਿਖਾਵੇ ਵਾਲੇ ਹੋਮ, ਆਹੂਤੀਆਂ, ਪਸ਼ੂ ਪੰਖੀਆਂ ਜਾਂ ਮਨੁੱਖਾ ਸਰੀਰ ਦੀ ਕੁਰਬਾਨੀ ਦੇਣੀ, ਕਿਸੇ ਪ੍ਰਕਾਰ ਨਾਲ ਸਰੀਰ ਨੂੰ ਕਸ਼ਟ ਦੇਣ ਵਾਲੀ ਤਪੱਸਿਆ, ਘਰ ਘਾਟ ਛੱਡ ਕੇ ਜੰਗਲਾਂ ਪਹਾੜਾਂ ਤੇ ਰੱਬ ਨੂੰ ਲੱਭਣ ਤੁਰ ਪੈਣਾ, ਅੰਨ ਜਾਂ ਕਿਸੇ ਹੋਰ ਪਦਾਰਥ ਦਾ ਤਿਆਗੀ ਬਣ ਬਹਿਣਾ, ਛੂਤ ਦੀ ਬਿਮਾਰੀ ਅਥਵਾ ਅਰੋਗਤਾ ਲਈ ਹਾਨੀਕਾਰਕ, ਗੰਦਗੀ ਤੋਂ ਛੁੱਟ, ਹੋਰ ਕਿਸੇ ਪ੍ਰਕਾਰ ਦੀ ਪਿੱਠ ਦਾ ਭਰਮ, ਉਚੇਚੀ ਸੁਚਮ ਆਦਿ ਸਭ ਕੁਝ ਅਜਿਹੇ ਦ੍ਰਿਸ਼ਟਮਾਨ ਧਰਮ ਕਰਮ ਹਨ ਜਿਨ੍ਹਾਂ ਤੋਂ ਹੰਕਾਰ ਤਾਂ ਬੇਸ਼ੱਕ ਪੈਦਾ ਹੋ ਜਾਵੇ, ਪਰ ਪਰਮਾਤਮਾ ਦੀ ਪ੍ਰਾਪਤੀ ਕਦੇ ਨਹੀਂ ਹੋ ਸਕਦੀ। ਗੁਰੂ ਦੇ ਸ਼ਬਦ ਗਿਆਨ ਤੋਂ ਪਰਮਾਤਮਾ ਦੇ ਗੁਣਾਂ ਦੀ, ਉਸ ਦੀ ਵਡਿਆਈ ਦੀ ਸੂਝ ਆ ਜਾਣ ਨਾਲ ਹਿਰਦੇ ਵਿੱਚ ਪਰਮਾਤਮਾ ਦਾ ਸੱਚਾ ਪ੍ਰੇਮ ਬਣ ਜਾਣਾ ਅਤੇ ਗੁਰੂ ਦੀ ਮੱਤ ਅਨੁਸਾਰ ਜੀਵਨ ਢਾਲ ਲੈਣਾ
ਸਿਰਜਣਾ ਦੇ ਕਣ ਕਣ ਵਿੱਚ ਪਰਮਾਤਮਾ ਦੇ ਦਰਸ਼ਨ ਕਰ ਸਕਣ ਦੀ ਅੱਖ ਦਾ ਪ੍ਰਾਪਤ ਹੋ ਜਾਣਾ ਹੀ ਸੰਸਾਰ ਸਮੁੰਦਰ ਤੋਂ ਪਾਰ ਉਤਾਰੇ ਦਾ ਕੇਵਲ ਮਾਤਰ ਸਾਧਨ ਹੈ। ਬਾਣੀ ਅਤੇ ਬਾਣੀ ਦਾ ਨਿਤਨੇਮੀ ਅੰਮ੍ਰਿਤਧਾਰੀ ਵੀ ਜੇਕਰ ਕਰਮਕਾਂਡੀ ਹੈ ਤਾਂ ਉਹ ਜਨਮ ਮਰਨ ਦੇ ਗੇੜ ਵਿੱਚ ਪੈਣੋਂ ਨਹੀਂ ਬਚ ਸਕਦਾ। ਯਾਦ ਰਹੇ ਕਿ ਗੁਰਬਾਣੀ ਦਾ ਵਿਧੀਆਂ ਅਤੇ ਖਾਸ ਮਰਜ਼ਾਦਾ ਨਾਲ ਮੰਤਰ ਪਾਠ ਕਰਨੇ, ਸਤਿਗੁਰਾਂ ਦੇ ਸਰੂਪ ਨੂੰ ਭੋਗ ਲਾਉਣਾ, ਸਤਿਗੁਰਾਂ ਦੇ ਸਰੂਪ ਲਈ ਗਰਮੀ ਸਰਦੀ ਆਦਿ ਨੂੰ ਮੁੱਖ ਰੱਖ ਕੇ ਉਚੇਚੇ ਪ੍ਰਬੰਧ ਕਰਨੇ, ਵਿਖਾਵੇ ਵਾਲੀ ਸੋਚਮ ਰੱਖਣੀ, ਆਪਣੇ ਆਪ ਨੂੰ ਦੂਜਿਆਂ ਨਾਲੋਂ ਕਿਸੇ ਗੱਲੇ ਹੀ ਉੱਚੇ ਸਮਝਣਾ, ਵਾਰਾਂ ਅਸੀਸਾਂ ਤੇ ਅਥਵਾ ਦਿਨਾਂ ਵਾਰਾਂ ਦੇ ਚੰਗੇ ਮਾੜੇ ਦਾ ਵਰਤ ਰੱਖਣ ਦਾ, ਸੰਗਰਾਂਦ ਮੱਸਿਆ ਪੁੰਨਿਆ ਲੋਹੜੀ ਦੀਵਾਲੀ ਆਦਿ ਦਿਨਾਂ ਨੂੰ ਪਵਿੱਤਰ ਮੰਨ ਕੇ ਮਨਾਉਣਾ ਆਦਿ ਸਭ ਕੁਝ ਗੁਰਸਿੱਖ ਨੂੰ ਜਨਮ ਮਰਨ ਦੇ ਗੇੜ ਵਿੱਚ ਪਾਉਣ ਵਾਲਾ ਕਰਮਕਾਂਡ ਹੀ ਹੈ। ਕਈ ਬਾਣੀਆਂ ਕੰਠ ਕੀਤੀਆਂ ਹੋਣ ਦਾ ਹੰਕਾਰੀ ਹੋ ਕੇ ਦੂਜਿਆਂ ਨਾਲੋਂ ਆਪਣੇ ਆਪ ਨੂੰ ਵੱਡਾ ਪੱਕਾ ਅਥਵਾ ਸੱਚਾ ਸਿੱਖ ਸਮਝਣ ਵਾਲਾ ਇਹ ਨਾ ਭੁੱਲੇ ਕਿ ਸਤਿਗੁਰਾਂ ਨੇ ਤਾਂ ਚੌਹਾਂ ਹੀ ਵੇਦਾਂ ਨੂੰ ਜ਼ੁਬਾਨੀ ਕੰਠ ਕਰੀ ਫਿਰਦੇ ਪੰਡਤ ਨੂੰ ਵੀ ਫੋਕਟ ਕਰਮਕਾਂਡੀ ਕਿਹਾ ਹੈ। ਸੋ ਅਜਿਹੇ ਸਪਸ਼ਟ ਅਤੇ ਵਡਮੁੱਲੇ ਉਪਦੇਸ਼ ਦੇ ਭੰਡਾਰ ਪੂਰਨ ਸਤਿਗੁਰ ਜੀ ਦੀ ਬਾਣੀ ਕੰਠ ਕਰ ਲੈਣ ਦਾ ਹੰਕਾਰ ਅਥਵਾ ਦੂਜਿਆਂ ਨਾਲੋਂ ਉੱਚਾ ਬਣੀ ਫਿਰਦਾ ਅਖੰਡ ਪਾਠੀ ਵਿਪਰ ਵਾਂਗ ਪ੍ਰਭੂ ਤੋਂ ਨਿਰਾ ਕੋਹਾਂ ਦੂਰ ਹੀ ਨਹੀਂ ਸਗੋਂ ਬਾਣੀ ਪੜ੍ਹਨ ਤੋਂ ਅਸਮਰੱਥ ਨਿਰਮਾਣ ਕਿਰਤੀ ਮਨੁੱਖ ਨਾਲੋਂ ਕਈ ਗੁਣਾ ਨੀਵੀਂ ਥਾਂ 'ਤੇ ਖੜਾ ਜਨਮ ਮਰਨ ਦੇ ਲੰਮੇ ਗੇੜ ਵਿੱਚ ਪੈਣ ਲਈ ਆਪਣੀ ਵਾਰੀ ਉਡੀਕ ਰਿਹਾ ਹੈ। ਗੁਰ ਤੇ ਗਿਆਨ ਪਾਏ ਜਨ ਕੋਏ, ਗੁਰ ਤੇ ਬੂਝੈ ਸੀਝੈ ਸੋਏ, ਗੁਰ ਤੇ ਸਹਿਜ ਸਾਚ ਵਿਚਾਰ, ਗੁਰ ਤੇ ਪਾਏ ਮੋਖ ਦੁਆਰ, ਪੂਰੇ ਭਾਗ ਮਿਲੇ ਗੁਰ ਆਏ, ਸਾਚੇ ਸਹਿਜ ਸਾਚ ਸਮਾਏ ਰਹਾਓ। ਗੁਰ ਮਿਲਿਆ ਤ੍ਰਿਸ਼ਨਾ ਅਗਨ ਬੁਝਾਏ, ਗੁਰ ਤੇ ਸ਼ਾਂਤ ਵਸੈ ਮਨ ਆਏ, ਗੁਰ ਤੇ ਪਵਿੱਤ ਪਾਵਨ ਸੁਚ ਹੋਏ, ਗੁਰ ਤੇ ਸ਼ਬਦ ਮਿਲਾਵਾ ਹੋਏ। ਬਾਝ ਗੁਰੂ ਸਭ ਭਰਮ ਭੁਲਾਈ, ਬਿਨ ਨਾਵੇਂ ਬਹੁਤਾ ਦੁਖ ਪਾਈ, ਗੁਰਮੁਖ ਹੋਵੈ ਸੋ ਨਾਮ ਧਿਆਈ, ਦਰਸ਼ਨ ਸੱਚੇ ਸੱਚੀ ਪਤ ਹੋਈ। ਕਿਸ ਨੂੰ ਕਹੀਏ ਦਾਤਾ ਇੱਕ ਸੋਈ, ਕਿਰਪਾ ਕਰੇ ਸ਼ਬਦ ਮਿਲਾਵਾ ਹੋਈ। ਮਿਲ ਪ੍ਰੀਤਮ ਸਾਚੇ ਗੁਣ ਗਾਵਾਂ, ਨਾਨਕ ਸਾਚੇ ਸਾਚ ਸਮਾਵਾਂ। ਪੰਨਾ 158। ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ ਤੀਜਾ। ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ। ਪੰਜਵੇਂ ਕਾਂਡ ਦਾ 10ਵਾਂ ਭਾਗ। ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।